ਠੀਕ ਹੈ, ਤੁਹਾਡਾ ਵਾਪਸ ਸਵਾਗਤ ਹੈ ਅਤੇ ਇਹ ਲੈਕਚਰ ਨੰਬਰ 32 ਹੈ ਅਤੇ ਅਸੀਂ ਡਬਲ ਇੰਟੀਗਰਲ ਤੇ ਚਰਚਾ ਜਾਰੀ ਰੱਖਾਂਗੇ ਅਤੇ ਖਾਸ ਤੌਰ ਤੇ ਅੱਜ ਅਸੀਂ ਇੱਕ ਬਹੁਤ ਹੀ ਮਹੱਤਵਪੂਰਨ ਟੌਪਿਕ ਤੇ ਚਰਚਾ ਕਰਾਂਗੇ ਜੋ ਹੈ ਚੇਂਜ ਇਨ ਡਬਲ ਇੰਟੀਗਰਲ। ਇਸ ਲਈ ਆਖਰੀ ਲੈਕਚਰ ਵਿੱਚ ਅਸੀਂ ਡਬਲ ਇੰਟੀਗਰਲ ਨੂੰ ਪੋਲਰ ਫਾਰਮ ਵਿੱਚ ਦੇਖਿਆ ਹੈ ਅਤੇ ਵਿਚਾਰ ਇਹ ਸੀ ਕਿ ਇਸ ਇੰਟੀਗਰਲ ਦੇ ਡੋਮੇਨ ਨੂੰ ਦੁਬਾਰਾ ਰੀਜਨ ਦੇ ਛੋਟੇ ਹਿੱਸਿਆਂ ਵਿੱਚ ਵੰਡਣਾ। ਇਹ ਡੈਲਟਾ I ਜਿਸਨੂੰ ਅਸੀਂ ਇੱਥੇ ਏਰੀਆ ਦੇ ਇਸ ਛੋਟੇ ਹਿੱਸੇ ਨਾਲ ਦਰਸਾਇਆ ਹੈ ਅਤੇ ਜੋ r ਟਾਈਮਸ ਡੈਲਟਾ r ਅਤੇ ਡੈਲਟਾ ਥੀਟਾ ਆ ਰਿਹਾ ਸੀ। ਡੈਲਟਾ ਥੀਟਾ ਇੱਥੇ ਐਂਗਲ ਸੀ ਅਤੇ r ਇਸ ਤੋਂ ਸਰਕੂਲਰ ਆਰਕ ਤੱਕ ਦੀ ਰੇਡੀਅਸ ਸੀ ਅਤੇ ਇਸ ਮਾਮਲੇ ਵਿੱਚ ਸਾਰਾ ਵਿਚਾਰ ਇਹ ਸੀ ਕਿ ਜੇ ਸਾਡੇ ਕੋਲ ਇੱਥੇ ਕਾਰਟੀਜ਼ੀਅਨ ਕੋਆਰਡੀਨੇਟ ਵਿੱਚ ਇੰਟੀਗਰਲ ਹੈ ਤਾਂ ਅਸੀਂ ਇਸ ਨੂੰ ਪੋਲਰ ਕੋਆਰਡੀਨੇਟ ਵਿੱਚ ਬਦਲ ਸਕਦੇ ਹਾਂ। ਇਸ x ਅਤੇ y ਨੂੰ r cos ਥੀਟਾ ਅਤੇ r sin ਥੀਟਾ ਨੂੰ ਬਦਲ ਕੇ ਇਹ dx dy r dr d ਥੀਟਾ ਬਣ ਜਾਵੇਗਾ। ਇਸ ਲਈ ਇੱਥੇ ਵੀ ਅਸੀਂ ਆਖਰਕਾਰ xy ਤੋਂ ਇਸ ਰਿਲੇਸ਼ਨ ਦੁਆਰਾ r ਥੀਟਾ ਕੋਆਰਡੀਨੇਟ ਵਿੱਚ ਸਬਸਟੀਟਿਊਸ਼ਨ ਕੀਤਾ ਹੈ ਕਿ x ਸੀ r cos ਥੀਟਾ ਸੀ ਅਤੇ y sin ਥੀਟਾ ਸੀ। ਇਸ ਲਈ ਇਹ ਬਹੁਤ ਵਧੀਆ ਸਬਸਟੀਟਿਊਸ਼ਨ ਸੀ ਪਰ ਮੂਲ ਪਰਿਭਾਸ਼ਾ ਦੀ ਮਦਦ ਨਾਲ ਅਸੀਂ ਸਿੱਧੇ ਤੌਰ ਤੇ ਵੇਖਿਆ ਹੈ ਕਿ ਇਹ ਕਿਵੇਂ r ਤਸਵੀਰ ਵਿੱਚ ਆ ਰਿਹਾ ਹੈ ਅਤੇ ਇਸ ਲਈ ਇਹ ਸਿਰਫ ਇੱਥੇ ਵੇਰੀਏਬਲਾਂ x ਅਤੇ y ਸੀ r cos ਥੀਟਾ ਅਤੇ r sin ਥੀਟਾ ਸਬਸਟੀਟਿਊਸ਼ਨ ਨਹੀਂ ਹੈ ਬਲਕਿ ਇਹ ਫੈਕਟਰ r ਵੀ ਹੈ ਜੋ ਇੱਥੇ ਦਿਖਿਆ ਸੀ ਅਤੇ ਫਿਰ ਸਾਡੇ ਕੋਲ ਹੈ dr d ਥੀਟਾ ਅਤੇ ਇਸ r ਦੇ ਅਨੁਸਾਰੀ ਸਾਨੂੰ ਹੁਣ r ਅਤੇ ਥੀਟਾ ਦੀਆਂ ਲਿਮਿਟਸ ਨੂੰ ਵੀ ਸਬਸਟੀਟਿਊਟ ਕਰਨਾ ਪਵੇਗਾ। ਇਸ ਲਈ ਹੁਣ ਅਸੀਂ ਇੱਕ ਹੋਰ ਆਮ ਕੇਸ ਵੱਲ ਜਾਵਾਂਗੇ ਅਤੇ ਇਹ ਇੱਕ ਵਿਸ਼ੇਸ਼ ਸਥਿਤੀ ਹੋਵੇਗੀ ਜਦੋਂ ਅਸੀਂ ਕਾਰਟੀਜ਼ੀਅਨ ਤੋਂ ਪੋਲਰ ਕੋਆਰਡੀਨੇਟ ਵੱਲ ਜਾਵਾਂਗੇ ਪਰ ਆਮ ਤੌਰ ਤੇ ਜੇ ਸਾਡੇ ਕੋਲ ਕਿਸੇ ਹੋਰ ਕਿਸਮ ਦੇ ਵੇਰੀਏਬਲ ਦਾ ਚੇਂਜ ਹੈ ਤਾਂ ਕਿ ਇਸ ਫੈਕਟਰ ਨਾਲ ਕਿਵੇਂ ਡੀਲ ਕਰਨਾ ਹੈ ਅਤੇ ਅਸੀਂ ਇਹ ਅੱਜ ਦੇ ਲੈਕਚਰ ਵਿੱਚ ਦੇਖਾਂਗੇ। ਇਸ ਲਈ ਸਿਰਫ ਇਹ ਯਾਦ ਕਰਨ ਲਈ ਕਿ ਸਾਡੇ ਕੋਲ ਸਿੰਗਲ ਇੰਟੀਗਰਲ f(x) dx ਹੈ ਅਤੇ x ਦੀਆਂ ਲਿਮਿਟ a ਤੋਂ b ਬਦਲਦੀਆਂ ਹਨ ਅਤੇ ਹੁਣ ਅਸੀਂ ਇੱਕ ਨਵੇਂ ਵੇਰੀਏਬਲ ਵਿੱਚ ਸਬਸਟੀਟਿਊਟ ਕਰਨਾ ਚਾਹੁੰਦੇ ਹਾਂ। ਇਸ ਲਈ ਮੰਨ ਲਓ x ਨੂੰ ਇੱਥੇ ਇਸ ਰਿਲੇਸ਼ਨ ਦੁਆਰਾ t ਨਾਲ ਸਬਸਟੀਟਿਊਟ ਕਰਦੇ ਹਾਂ x ਬਰਾਬਰ ਹੈ gt। ਇਸ ਲਈ ਅਸੀਂ ਤੁਰੰਤ ਇਹ ਪ੍ਰਾਪਤ ਕਰਦੇ ਹਾਂ ਕਿ ਇੱਥੋਂ ਸਾਡਾ dx ਕੀ ਹੋਵੇਗਾ। ਇਸ ਲਈ ਇੱਥੇ dx ਇਸ ਰੂਪ ਵਿੱਚ g ਪ੍ਰਾਈਮ t ਅਤੇ dt ਹੋਵੇਗਾ ਅਤੇ ਫਿਰ ਅਸੀਂ ਇਸ x ਨੂੰ g ਵਜੋਂ ਸਬਸਟੀਟਿਊਟ ਕਰਦੇ ਹਾਂ ਅਤੇ dx g ਪ੍ਰਾਈਮ t d t ਹੋਵੇਗਾ ਅਤੇ ਫਿਰ ਸੰਬੰਧਿਤ ਲਿਮਿਟਸ ਇੱਥੇ ਦਿਖਾਈ ਦੇਣਗੀਆਂ। ਇਸ ਲਈ ਵਿਚਾਰ ਇਹ ਹੁੰਦਾ ਸੀ ਕਿ ਸਾਡੇ ਕੋਲ ਹੁਣ ਇਸ t ਦੀਆਂ ਸੰਬੰਧਿਤ ਲਿਮਿਟਸ ਹਨ ਅਤੇ ਇਸ x ਨੂੰ ਇਸ ਨਵੇਂ ਫੰਕਸ਼ਨ gt ਦੁਆਰਾ ਸਬਸਟੀਟਿਊਟ ਕੀਤਾ ਗਿਆ ਹੈ ਅਤੇ dx ਲਈ ਅਸੀਂ ਸਾਡੇ ਕੋਲ g ਪ੍ਰਾਈਮ t dt ਹੈ ਤਾਂ ਯਾਦ ਕਰਨ ਲਈ ਇੱਥੇ ਦੁਬਾਰਾ ਸਾਡੇ ਕੋਲ ਹੈ ਇੱਥੇ ਸਾਡੇ ਕੋਲ ਕੁਝ ਹੋਰ ਹੈ ਜੋ ਇੱਕ ਸਿੰਗਲ ਇੰਟੀਗਰਲ ਦੇ ਕੇਸ ਵਿੱਚ g ਪ੍ਰਾਈਮ ਹੈ ਇਸ g ਦਾ ਡੈਰੀਵੇਟਿਵ ਅਤੇ ਫਿਰ dt ਅਤੇ ਇਹਨਾਂ ਅਨੁਸਾਰੀ ਲਿਮਿਟਾਂ ਦੀ ਇਸ ਸਬਸਟੀਟਿਊਸ਼ਨ ਤੋਂ ਦੁਬਾਰਾ ਗਣਨਾ ਕੀਤੀ ਜਾਵੇਗੀ ਤਾਂ ਹੀ ਇਹ a g ਹੋਵੇਗਾ ਅਤੇ ਇਹ b ਹੋਰ ਕੁਝ ਨਹੀਂ b ਹੈ d ਦਾ। ਇਸ ਤਰ੍ਹਾਂ ਅਸੀਂ ਇਹਨਾਂ ਨਵੀਆਂ ਲਿਮਿਟਸ ਦੀ ਗਣਨਾ ਵੀ ਕੀਤੀ ਹੈ ਅਤੇ ਅਸੀਂ ਵੇਰੀਏਬਲ ਨੂੰ ਸਬਸਟੀਟਿਊਟ ਕੀਤਾ ਹੈ ਅਤੇ ਇਸ dx ਦੀ ਬਜਾਏ dt ਆਇਆ ਪਰ ਦੂਜੇ ਫੈਕਟਰ ਦੇ ਅਨੁਸਾਰ ਹੀ ਜੋ g ਦੇ ਡੈਰੀਵੇਟਿਵ ਦੀ ਟਰਮਸ ਵਿੱਚ ਸੀ। ਇਸ ਲਈ ਇਸੇ ਤਰ੍ਹਾਂ ਦਾ ਡੈਰੀਵੇਟਿਵ ਸਾਨੂੰ ਉਦੋਂ ਵੀ ਮਿਲੇਗਾ ਜਦੋਂ ਸਾਡੇ ਕੋਲ ਦੋ ਵੇਰੀਏਬਲਾਂ ਵਿੱਚ ਇੰਟੀਗਰਲ ਜਾਂ ਡਬਲ ਇੰਟੀਗਰਲ ਹੋਵੇ। ਇਸ ਲਈ ਜੇ ਸਾਡੇ ਕੋਲ ਡਬਲ ਇੰਟੀਗਰਲ ਹੈ ਜੇ xy dx dt ਹੈ ਜੇ ਅਸੀਂ ਵੇਰੀਏਬਲ ਨੂੰ ਚੇਂਜ ਕਰਨਾ ਚਾਹੁੰਦੇ ਹਾਂ ਤਾਂ ਮੰਨ ਲਓ ਕਿ x ਨੂੰ ਇਸ phi ਦੁਆਰਾ ਦਰਸਾਇਆ ਜਾਂਦਾ ਹੈ uv ਅਤੇ y ਨੂੰ ਕਿਸੇ ਹੋਰ ਫੰਕਸ਼ਨ uv ਦੁਆਰਾ ਦਰਸਾਇਆ ਜਾਂਦਾ ਹੈ ਅਤੇ y ਨੂੰ ਉਸੇ ਇੱਕ ਹੋਰ ਫੰਕਸ਼ਨ uv ਦੁਆਰਾ ਦਿੱਤਾ ਜਾਂਦਾ ਹੈ। ਸਾਡੇ ਨਵੇਂ ਵੇਰੀਏਬਲ u ਅਤੇ v ਹਨ ਇੱਥੇ ਪੁਰਾਣੇ ਵੇਰੀਏਬਲ x ਅਤੇ y ਸੀ। ਇਸ ਲਈ ਅਸੀਂ ਇਸ ਰਿਲੇਸ਼ਨ ਦੇ ਨਾਲ xy ਨੂੰ uv ਵਿੱਚ ਬਦਲਣਾ ਚਾਹੁੰਦੇ ਹਾਂ। x ਬਰਾਬਰ ਹੈ phi uv ਅਤੇ y ਬਰਾਬਰ ਹੈ psi uv। ਇਸ ਲਈ ਇਸ ਦੇ ਹੋਣ ਨਾਲ ਸਾਡੇ ਕੋਲ ਇੱਥੇ ਨਵੇਂ ਰੀਜਨ ਵਿੱਚ
ਇੰਟੀਗਰਲ ਹੈ ਮੇਰਾ ਮਤਲਬ ਇਕੋਨ ਰੀਜਨ ਹੈ ਪਰ ਨਵੇਂ ਵੇਰੀਏਬਲ u ਅਤੇ v ਲਈ ਤਾਂ ਅਸੀਂ ਇੱਥੇ ਜੋ ਵੱਖਰਾ ਨੋਟੇਸ਼ਨ ਵਰਤਿਆ ਹੈ ਉਹ ਪ੍ਰਾਈਮ ਹੈ ਅਤੇ ਫਿਰ ਅਸੀਂ ਇੱਥੇ x ਲਈ ਇਸ phi ਨੂੰ ਸਿੱਧਾ ਸਬਸਟੀਟਿਊਟ ਕਰਦੇ ਹਾਂ ਅਤੇ y ਲਈ ਅਸੀਂ ਇਸ psi ਨੂੰ ਸਬਸਟੀਟਿਊਟ ਕਰਾਂਗੇ ਇਸ ਦੇ ਫੰਕਸ਼ਨ ਦੇ ਤੌਰ ਤੇ ਇਸ ਲਈ u v ਕੁਦਰਤੀ ਤੌਰ ਤੇ dx dy ਲਈ ਅਸੀਂ ਪ੍ਰਾਪਤ ਕਰਾਂਗੇ ਇਹ du dv ਪਰ ਇਸ ਦੇ ਨਾਲ ਇੱਕ ਹੋਰ ਕਾਰਕ ਜੋ ਸਾਡੇ ਕੋਲ ਹੈ ਅਸੀਂ ਉਸ ਤੇ ਪਹਿਲਾਂ ਵੀ ਚਰਚਾ ਕੀਤੀ ਹੈ ਇਸ ਲਈ ਇੱਕ ਵੇਰੀਏਬਲ ਦੇ ਮਾਮਲੇ ਵਿੱਚ ਜਾਂ ਉਸ ਪੋਲਰ ਕੋਆਰਡੀਨੇਟ ਦੇ ਮਾਮਲੇ ਵਿੱਚ ਤੁਸੀਂ ਇਸ ਨੂੰ r d r ਥੀਟਾ ਦੇ ਤੌਰ ਤੇ ਪ੍ਰਾਪਤ ਕਰ ਰਹੇ ਹੋ ਇਸ ਲਈ ਇੱਥੇ ਕੁਝ ਕਾਰਕ ਹੈ ਇਹ j ਅਤੇ ਅਸੀਂ ਇਹ ਐਬਸੋਲਿਊਟ ਵੈਲਿਊ ਵੀ ਲੈ ਲਿਆ ਹੈ ਅਸੀਂ ਇਸ ਦੇ ਪ੍ਰੂਫ ਵਿੱਚੋਂ ਨਹੀਂ ਲੰਘ ਰਹੇ ਹਾਂ ਕਿਉਂਕਿ ਇਸ ਵਿੱਚ ਥੋੜਾ ਜਿਹਾ ਇਹ ਟੌਪਿਕ ਸ਼ਾਮਿਲ ਹੈ ਤਾਂ ਹੁਣ ਜੇ ਇੱਥੇ ਕੀ ਹੈ ਇਸ ਲਈ ਇਹ j ਦੁਬਾਰਾ ਡੈਰੀਵੇਟਿਵ ਦੀ ਇੱਕ ਕਿਸਮ ਹੈ ਜਿਸ ਨੂੰ ਅਸੀਂ ਜੈਕੋਬੀਅਨ ਕਹਿੰਦੇ ਹਾਂ ਇਸ ਲਈ ਜੈਕੋਬੀਅਨ ਇੱਥੇ xy with respect to u ਅਤੇ v ਜਿਸ ਨੂੰ ਇਸ ਡਿਟਰਮੀਨੈਂਟ ਦੇ ਵਿੱਚ ਕੰਪਿਊਟ ਕੀਤਾ ਗਿਆ ਹੈ ਇਸ x ਦਾ ਪਾਰਸ਼ਲ ਡੈਰੀਵੇਟਿਵ ਵਿਦ ਰਿਸਪੈਕਟ ਟੂ u ਇੱਥੇ ਪਹਿਲੀ ਟਰਮ x ਦਾ ਪਾਰਸ਼ਲ ਡੈਰੀਵੇਟਿਵ ਵਿਦ ਰਿਸਪੈਕਟ ਟੂ v ਹੁਣ y ਲਈ ਵਿਦ ਰਿਸਪੈਕਟ ਟੂ u ਅਤੇ ਇਹ ਪਾਰਸ਼ਲ ਡੈਰੀਵੇਟਿਵ y ਵਿਦ ਰਿਸਪੈਕਟ ਟੂ v ਅਤੇ ਇਹ ਇੱਥੇ ਜੇ ਟਰਮ ਹੈ ਅਸੀਂ ਇਸ ਨੂੰ ਕੰਪਿਊਟ ਕਰਾਂਗੇ ਅਤੇ ਐਬਸੋਲਿਊਟ ਵੈਲਿਊ ਇਸ du dv ਨਾਲ ਇੰਟੀਗਰਲ ਤੇ ਜਾਵੇਗੀ ਤਾਂ ਇਹ ਇੱਥੇ ਮਹੱਤਵਪੂਰਨ ਪੁਆਇੰਟ ਹੈ ਅਤੇ ਫਿਰ ਇਸ r ਪ੍ਰਾਈਮ ਦੀਆਂ ਇਹ ਲਿਮਿਟਸ ਉਸੇ ਰੀਜਨ ਤੋਂ ਇਲਾਵਾ ਹੋਰ ਕੁਝ ਨਹੀਂ ਹਨ ਪਰ ਹੁਣ ਅਸੀਂ u ਅਤੇ v ਤੇ ਕੰਪਿਊਟ ਕਰਨਾ ਹੈ ਇਸ ਲਈ ਲਿਮਿਟਸ ਹੁਣ u ਅਤੇ v ਦੇ ਨਵੇਂ ਵੇਰੀਏਬਲਾਂ ਦੇ ਅਨੁਸਾਰ ਚੱਲਣਗੀਆਂ ਇਸ ਲਈ ਅਸੀਂ ਹੁਣ ਇਸ ਨਾਲ ਕੰਪਿਊਟ ਕਰ ਸਕਦੇ ਹਾਂ ਜਾਂ ਅਸੀਂ ਇੱਥੇ ਪੁਰਾਣੇ ਵੇਰੀਏਬਲਾਂ ਨੂੰ ਕੁਝ ਟੁਕਵੇਂ ਵਿੱਚ ਸਬਸਟੀਟਿਊਟ ਕਰ ਸਕਦੇ ਹਾਂ ਕਿਉਂਕਿ ਦੁਬਾਰਾ ਇੰਟੀਗਰੈਂਡ ਜਾਂ ਰੀਜਨ r ਤੇ ਨਿਰਭਰ ਕਰਦੇ ਹੋਏ ਸਾਡੇ ਕੋਲ ਹੋਰ ਟੁਕਵਾਂ ਸਬਸਟੀਟਿਊਸ਼ਨ ਹੋ ਸਕਦਾ ਹੈ ਜੋ ਇੰਟੀਗਰਲ ਦੇ ਮੁਲਾਂਕਣ ਨੂੰ ਆਸਾਨ ਬਣਾਉਂਦਾ ਹੈ ਇਸ ਲਈ ਜੇਕਰ ਅਸੀਂ ਕੋਈ ਵਿਸ਼ੇਸ਼ ਕੇਸ ਦੇਖਣਾ ਚਾਹੁੰਦੇ ਹਾਂ ਕਿ ਕੀ ਹੋਵੇਗਾ ਜੇਕਰ ਅਸੀਂ ਪੋਲਰ ਫਾਰਮ ਵਿੱਚ ਸਬਸਟੀਟਿਊਟ ਕਰਾਂਗੇ ਜਿਸ ਦਾ ਮਤਲਬ ਹੈ ਕਿ x ਇਕੁਅਲ ਹੈ r cos ਅਤੇ y ਇਕੁਅਲ ਹੈ r sin ਥੀਟਾ ਇਸ ਲਈ ਉਸ ਸਥਿਤੀ ਵਿੱਚ x ਇਕੁਅਲ ਹੈ r cos ਥੀਟਾ y r sin ਥੀਟਾ ਦਾ ਹੈ ਜੇਕਰ ਅਸੀਂ ਇਸ ਜੈਕੋਬੀਅਨ ਨੂੰ ਇੱਥੇ ਕੰਪਿਊਟ ਕਰਦੇ ਹਾਂ ਤਾਂ del x ਬਟਾ del r ਤਾਂ del x ਬਟਾ del r ਹੋਵੇਗਾ cos ਥੀਟਾ ਇਹ ਇੱਥੇ cos ਥੀਟਾ ਹੈ ਅਤੇ del x ਬਟਾ del ਥੀਟਾ ਹੋਵੇਗਾ ਮਾਈਨਸ r sin ਥੀਟਾ ਇੱਥੇ del y ਓਵਰ del r ਇਸ ਲਈ ਇਹ sin ਥੀਟਾ ਬਣ ਜਾਵੇਗਾ ਅਤੇ ਫਿਰ y ਬਟਾ del ਥੀਟਾ r cos ਥੀਟਾ ਬਣ ਜਾਵੇਗਾ ਅਤੇ ਹੁਣ ਇਸ ਡਿਟਰਮੀਨੈਂਟ ਦੀ ਵੈਲਿਊ r cos ਸਕੁਅਰ ਥੀਟਾ ਪਲਸ r sin ਸਕੁਅਰ ਥੀਟਾ ਹੋਵੇਗੀ ਅਤੇ ਜਦੋਂ ਅਸੀਂ r ਕਾਮਨ ਲੈਂਦੇ ਹਾਂ ਅਤੇ ਇਸ ਲਈ ਇਹ r cos ਸਕੁਅਰ ਥੀਟਾ ਹੈ ਅਤੇ ਮਾਈਨਸ ਪਲਸ r sin ਸਕੁਅਰ ਥੀਟਾ ਹੋ ਸਕਦਾ ਹੈ ਅਤੇ ਫਿਰ ਇਹ r ਤੋਂ ਇਲਾਵਾ ਕੁਝ ਨਹੀਂ ਹੈ ਇਸ ਲਈ ਸਾਡੇ ਕੋਲ r ਵਜੋਂ ਇਹ ਡਿਟਰਮੀਨੈਂਟ ਵੈਲਿਊ ਹੈ ਅਤੇ ਹੁਣ ਅਸੀਂ ਇਸ ਇੰਟੀਗਰਲ ਨੂੰ ਬਦਲ ਸਕਦੇ ਹਾਂ ਜੋ ਕਿ ਕਾਰਟੀਜ਼ੀਅਨ ਕੋਆਰਡੀਨੇਟ ਤੋਂ ਪੋਲਰ ਕੋਆਰਡੀਨੇਟ ਵਿੱਚ ਦਿੱਤਾ ਗਿਆ ਸੀ ਅਤੇ ਜਿਸ ਬਾਰੇ ਅਸੀਂ ਪਿਛਲੇ ਲੈਕਚਰ ਵਿੱਚ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ ਕਿ ਸਾਨੂੰ ਸਬਸਟੀਟਿਊਟ ਕਰਨ ਦੀ ਜ਼ਰੂਰਤ ਹੈ x ਅਤੇ y ਨੂੰ r cos ਥੀਟਾ r sin ਥੀਟਾ ਅਤੇ ਫਿਰ dx dy ਬਣ ਜਾਵੇਗਾ r dr d ਥੀਟਾ ਅਤੇ ਇਹ ਰੀਜਨ ਹੁਣ ਇਹ ਹੁਣ r ਪ੍ਰਾਈਮ ਹੋਵੇਗਾ ਇਸ ਦਾ r ਅਤੇ ਥੀਟਾ ਪੋਲਰ ਕੋਆਰਡੀਨੇਟਸ ਦੇ ਟਰਮਜ਼ ਵਿੱਚ ਵਰਣਨ ਕੀਤਾ ਜਾਵੇਗਾ ਇਸ ਲਈ ਇਸ ਦੇ ਨਾਲ ਹੁਣ ਅਸੀਂ ਉਦਾਹਰਣਾਂ ਨੂੰ ਦੇਖ ਸਕਦੇ ਹਾਂ ਜੋ ਕਿ ਅਸੀਂ ਹੁਣ ਪਹਿਲੀ ਉਦਾਹਰਨ ਦੀ ਵਰਤੋਂ ਇਹ ਰੇਡੀਅਸ ਦੇ ਸਫੀਅਰ ਦੇ ਇੱਕ ਔਕਟੈਂਟ ਦੇ ਵੋਲਿਊਮ ਨੂੰ ਪਤਾ ਕਰਨ ਲਈ ਕਰਾਂਗੇ ਤਾਂ ਇੱਕ ਹੋਰ ਬਹੁਤ ਹੀ ਸਰਲ ਉਦਾਹਰਨ ਜਿੱਥੇ ਅਸੀਂ ਇੱਥੇ ਸਫੀਅਰ ਦੀ ਵਰਤੋਂ ਕਰ ਰਹੇ ਹਾਂ ਇਸ ਲਈ ਅਸੀਂ ਸਫੀਅਰ ਦੇ ਇਕੁਏਸ਼ਨ ਨੂੰ ਜਾਣਦੇ ਹਾਂ ਇਸ ਲਈ ਇਹ x ਸਕੁਅਰ ਅਤੇ y ਸਕੁਅਰ ਦੇ ਟਰਮਜ਼ ਵਿੱਚ z ਸਕੁਅਰ ਸਾਨੂੰ ਮਿਲੇਗਾ ਅਤੇ ਫਿਰ ਇੱਥੇ ਇੱਕ ਔਕਟੈਂਟ ਵਿੱਚ ਵੋਲਿਊਮ ਹੈ ਇਸ ਲਈ ਅਸੀਂ ਮੂਲ ਰੂਪ ਵਿੱਚ ਇੱਥੇ ਪਹਿਲੇ ਔਕਟੈਂਟ ਤੇ ਵਿਚਾਰ ਕਰ ਰਹੇ ਹਾਂ ਇਸ ਲਈ ਇਹ ਲਿਮਿਟ ਹੁਣ ਅਸੀਂ ਆਸਾਨੀ ਨਾਲ ਇਸ ਲਈ ਕੰਪਿਊਟ ਕਰ ਸਕਦੇ ਹਾਂ ਅਤੇ ਸਾਡਾ ਸਰਫੇਸ ਇੱਥੇ ਸਫੀਅਰ ਦੁਆਰਾ ਦਿੱਤਾ ਗਿਆ ਹੈ ਇਸ ਲਈ ਸਾਡੇ ਕੋਲ ਇਸ ਵੋਲਿਊਮ ਦੇ ਟਰਮਜ਼ ਵਿੱਚ ਇੰਟੀਗਰਲ ਹੈ ਕੀ ਇਹ ਉਹ ਹੈ
ਜੋ ਇਸ ਸਫੀਅਰ ਤੋਂ ਆ ਰਿਹਾ ਹੈ ਕਿਉਂਕਿ ਸਫੀਅਰ ਦਾ ਇਕੁਏਸ਼ਨ ਸੀ z ਸਕੁਏਅਰ ਪਲੱਸ ਇਹ x ਸਕੁਏਅਰ ਪਲੱਸ ਇਹ y ਸਕੁਏਅਰ ਇਕੁਅਲ ਹੈ a ਸਕੁਏਅਰ। ਇਸ ਲਈ ਇੱਥੋਂ ਤੁਸੀਂ ਕੰਪਿਊਟ ਕਰ ਸਕਦੇ ਹੋ z ਸਕੁਏਅਰ ਬਰਾਬਰ ਹੈ a ਸਕੁਏਅਰ ਅਤੇ ਮਾਈਨਸ x ਸਕੁਏਅਰ ਮਾਈਨਸ y ਸਕੁਏਅਰ। ਇਸ ਲਈ z ਇੱਥੇ ਪਲੱਸ ਹੋਵੇਗਾ ਕਿਉਂਕਿ ਅਸੀਂ ਉੱਥੇ ਸਿਰਫ ਇੱਕ ਓਕਟੇਨ ਬਾਰੇ ਗੱਲ ਕਰ ਰਹੇ ਹਾਂ ਤਾਂ ਇਹ ਇੰਟੀਗਰੈਂਡ ਹੋਵੇਗੀ ਜਾਂ ਇਹ ਸਰਫੇਸ ਹੋਵੇਗਾ। ਇੱਥੇ ਇਹ ਉਲਟ ਪੁੱਠਾ ਕੌਮਾ ਸਕੁਏਅਰ ਅਤੇ ਮਾਈਨਸ x ਸਕੁਏਅਰ ਮਾਈਨਸ y ਸਕੁਏਅਰ ਦੇ ਨਾਲ ਸਕੁਏਅਰ ਰੂਟ ਅਤੇ ਫਿਰ dx dy ਇਸ s ਰੀਜਨ ਤੇ। ਇਸ ਲਈ ਰੇਡੀਅਸ ਸਰਕੂਲਰ ਡਿਸਕ ਹੈ ਇਸ ਲਈ ਇਹ ਇਸ ਸਰਕੂਲਰ ਡਿਸਕ ਦੇ ਪਹਿਲੇ ਕੁਆਡਰੈਂਟ ਵਿੱਚ ਹੈ ਜੋ ਹੈ x ਸਕੁਏਅਰ a ਪਲੱਸ y ਸਕੁਏਅਰ a ਸਕੁਏਅਰ ਤੋਂ ਘੱਟ ਜਾਂ ਇਸ ਦੇ ਇਕੁਅਲ ਹੈ ਤਾਂ ਜੋ ਪਹਿਲੇ ਕੁਆਡਰੈਂਟ ਵਿੱਚ ਸਰਕੂਲਰ ਡਿਸਕ ਅਤੇ ਜਿੱਥੇ ਸਾਡੇ ਕੋਲ ਇਹ ਡੋਮੇਨ ਇਸ ਇੰਟੀਗਰਲ ਲਈ ਹੈ। ਅਤੇ ਜੇਕਰ ਅਸੀਂ ਹੁਣ ਬਦਲਦੇ ਹਾਂ ਕਿਉਂਕਿ ਇਸ ਕਾਰਟੀਜ਼ੀਅਨ ਕੋਆਰਡੀਨੇਟ ਤੇ ਸਿੱਧਾ ਮੁਲਾਂਕਣ ਯਕੀਨੀ ਤੌਰ ਤੇ ਮੁਸ਼ਕਲ ਹੋਵੇਗਾ ਕਿਉਂਕਿ ਪਹਿਲਾਂ ਤੋਂ ਹੀ ਇੰਟੀਗਰੈਂਡ ਦੇ ਕਾਰਨ ਇਹ ਮੁਸ਼ਕਲ ਹੈ ਤਾਂ ਲਿਮਿਟਸ ਦੁਬਾਰਾ ਇਹ ਸਕੁਏਅਰ ਰੂਟ ਸਰਕੂਲਰ ਡਿਸਕ ਦੇ ਕਾਰਨ ਦਿਖਾਈ ਦੇਵੇਗਾ ਅਤੇ ਕੁੱਲ ਮਿਲਾ ਕੇ ਕੰਪਿਊਟੇਸ਼ਨ ਹੋਵੇਗੀ ਮੁਸ਼ਕਲ ਹੈ। ਪਰ ਜੇਕਰ ਅਸੀਂ ਇਸ ਦੁਆਰਾ ਪੋਲਰ ਕੋਆਰਡੀਨੇਟ ਵਿੱਚ ਬਦਲਦੇ ਹਾਂ x ਇਕੁਅਲ r cos ਥੀਟਾ ਅਤੇ y ਇਕੁਅਲ r sin ਥੀਟਾ, ਉਸ ਸਥਿਤੀ ਵਿੱਚ ਅਸੀਂ ਪਹਿਲਾਂ ਹੀ ਵੇਖ ਚੁੱਕੇ ਹਾਂ ਕਿ ਇਹ ਜੈਕੋਬੀਅਨ ਇੱਕ ਹੋਣ ਜਾ ਰਿਹਾ ਹੈ। ਇਸ ਲਈ ਇਹ ਇੱਕ ਅਤਿਰਿਕਤ ਫੈਕਟਰ ਜੋ ਕਿ dr d ਥੀਟਾ ਦੇ ਨਾਲ ਆਉਂਦਾ ਹੈ ਅਤੇ ਫਿਰ ਸਾਡੇ ਕੋਲ ਸਰਲ ਵਿਚਾਰ ਹੈ ਕਿ ਅਸੀਂ ਇਸ ਨੂੰ ਇੱਥੇ ਸਕੁਏਅਰ ਰੂਟ ਵਿੱਚ ਬਦਲ ਦੇਵਾਂਗੇ a ਸਕੁਏਅਰ ਅਤੇ ਮਾਈਨਸ ਇਸ x ਸਕੁਏਅਰ ਪਲੱਸ y ਸਕੁਏਅਰ ਟਰਮ r ਸਕੁਏਅਰ ਬਣ ਜਾਵੇਗੀ ਅਤੇ ਫਿਰ ਸਾਡੇ ਕੋਲ ਇੱਥੇ ਜੈਕੋਬੀਅਨ ਟਰਮ ਹੈ ਇਸ r ਅਤੇ dr d ਥੀਟਾ ਦੇ ਨਾਲ। ਇਸ ਲਈ ਸਾਡੇ ਕੋਲ ਹੁਣ ਇੰਟੀਗਰਲ r ਥੀਟਾ ਫਾਰਮ ਵਿੱਚ ਬਦਲ ਗਿਆ ਹੈ ਅਤੇ ਇਹ ਅਤਿਰਿਕਤ ਫੈਕਟਰ r ਆ ਗਿਆ ਹੈ ਅਤੇ ਫਿਰ ਸਾਡੇ ਕੋਲ dr d ਥੀਟਾ ਟਰਮ ਹੈ। ਹੁਣ ਮੁਲਾਂਕਣ ਬਹੁਤ ਸੌਖਾ ਹੈ ਕਿਉਂਕਿ ਇਹ r ਇੱਥੇ ਬੈਠਾ ਹੋਇਆ ਹੈ ਜਿਸਨੂੰ ਅਸੀਂ ਜੇਕਰ a ਸਕੁਏਅਰ ਮਾਈਨਸ r ਸਕੁਏਅਰ ਨੂੰ ਕੁਝ ਨਵੇਂ ਵੇਰੀਏਬਲ t ਨਾਲ ਸਬਸਟੀਟਿਊਟ ਦਿੰਦੇ ਹਾਂ ਤਾਂ ਸਾਨੂੰ ਇਹ r dr ਮਿਲੇਗਾ ਜਿਸਨੂੰ ਅਸੀਂ ਕਨਵਰਟ ਕਰ ਸਕਦੇ ਹਾਂ ਜਾਂ ਅਸੀਂ ਆਸਾਨੀ ਨਾਲ ਇਸ ਅੰਦਰ ਵਾਲੇ ਦਾ ਮੁਲਾਂਕਣ ਕਰ ਸਕਦੇ ਹਾਂ। ਇਸ ਲਈ ਪਹਿਲਾਂ ਇੱਥੇ r ਲਈ ਲਿਮਿਟਸ ਹਨ। ਲਿਮਿਟਸ ਕੀ ਹੋਣਗੀਆਂ? ਸਾਡੇ ਕੋਲ ਸਰਕੂਲਰ ਡਿਸਕ ਪਹਿਲੇ ਕੁਆਡਰੈਂਟ ਵਿੱਚ ਹੈ ਇਸ ਦਾ ਮਤਲਬ ਹੈ ਕਿ ਥੀਟਾ 0 ਤੋਂ ਕੇਵਲ y ਪਾਈ ਬਟਾ 2 ਤੱਕ ਜਾਏਗਾ। ਇਸ ਲਈ ਸਾਡੇ ਕੋਲ ਇਹ ਸਰਕੂਲਰ ਡਿਸਕ ਪਹਿਲੇ ਕੁਆਡਰੈਂਟ ਵਿੱਚ ਹੈ ਇਸ ਲਈ ਥੀਟਾ 0 ਤੋਂ ਇਸ ਪਾਈ ਬਟਾ 2 ਤੱਕ ਜਾਵੇਗਾ ਅਤੇ r 0 ਤੋਂ r ਬਰਾਬਰ a ਤੱਕ ਜਾਵੇਗਾ ਜੋ ਸਰਕੂਲਰ ਡਿਸਕ ਦਾ ਰੇਡੀਅਸ ਹੈ। ਇਸ ਲਈ ਅਸੀਂ ਹੁਣ a ਦੇ ਸੰਬੰਧ ਵਿੱਚ ਆਸਾਨੀ ਨਾਲ ਇੰਟੀਗਰੇਟ ਕਰ ਸਕਦੇ ਹਾਂ। ਹੁਣ ਇੱਥੇ ਥੀਟਾ ਹੈ ਇਸ ਲਈ ਇਹ ਇੱਕ r ਦੇ ਸੰਬੰਧ ਵਿੱਚ ਇਹ ਇੱਕ ਸਿੰਗਲ ਇੰਟੀਗਰਲ ਹੈ ਅਤੇ ਇਹ ਸਾਨੂੰ ਇੱਥੇ ਦੇਵੇਗਾ a ਸਕੁਏਅਰ ਮਾਈਨਸ r ਸਕੁਏਅਰ ਅਤੇ ਪਾਵਰ 3 ਬਟਾ 2 ਅਤੇ ਫਿਰ ਭਾਗ 3 ਬਟਾ 2। ਇਸ ਲਈ ਅਸੀਂ ਇਹਨਾਂ ਨੂੰ ਡਿਨੋਮੀਨੇਟਰ ਤੋਂ 2 ਬਟਾ 3 ਨਾਲ ਗੁਣਾ ਕਰ ਸਕਦੇ ਹਾਂ। ਇਸ ਲਈ ਸਾਡੇ ਕੋਲ ਆਖਰਕਾਰ ਬਾਹਰੀ ਇੰਟੀਗਰਲ ਤੋਂ ਪਾਈ ਬਟਾ 2 ਹੈ ਕਿਉਂਕਿ ਇੰਟੀਗਰਲ ਵਿੱਚ ਕੋਈ ਥੀਟਾ ਨਹੀਂ ਹੈ ਅਤੇ ਇਸ ਤਰ੍ਹਾਂ ਬਾਹਰੀ ਇੰਟੀਗਰਲ ਤੋਂ ਪਾਈ ਬਟਾ 2 ਪ੍ਰਾਪਤ ਹੁੰਦਾ ਹੈ। ਇੰਟੈਗਰਲ ਤੋਂ ਮਾਈਨਸ ਹਾਫ ਫੈਕਟਰ ਆਵੇਗਾ ਅਤੇ ਫਿਰ ਇੰਟੈਗਰਲ ਹੋਵੇਗਾ 2 ਬਟਾ 3 ਅਤੇ a ਸਕੁਏਅਰ ਮਾਈਨਸ r ਸਕੁਏਅਰ ਪਾਵਰ 3 ਬਟਾ 2। ਇਸ ਲਈ ਇਹ ਸਿਰਫ a ਸਕੁਏਅਰ ਮਾਈਨਸ r ਸਕੁਏਅਰ ਪਾਵਰ 3 ਬਟਾ 2 ਹੈ। 1 ਬਟਾ 2 ਪਲੱਸ 1 ਅਤੇ ਫਿਰ 3 ਬਟਾ 2 ਇਹ 3 ਬਟਾ 2 ਅਸੀਂ ਇੱਥੇ 2 ਬਟਾ 3 ਲਿਆ ਹੈ ਅਤੇ a ਸਕੁਏਅਰ ਮਾਈਨਸ r ਸਕੁਏਅਰ ਪਾਵਰ ਇਹ 3 ਬਟਾ 2 ਲਿਮਿਟ r 0 ਤੋਂ a ਤੱਕ ਹੈ। ਇਸ ਲਈ ਜੇਕਰ ਅਸੀਂ ਹੁਣ ਇਹਨਾਂ ਲਿਮਿਟਸ ਨੂੰ ਸਬਸਟੀਟਿਊਟ ਕਰਦੇ ਹਾਂ ਤਾਂ ਉੱਪਰਲੀਆਂ ਲਿਮਿਟਸ ਇਹਨਾਂ ਨੂੰ 0 ਬਣਾ ਦੇਣਗੀਆਂ। ਇਸ r ਲਈ ਹੇਠਲੀ ਲਿਮਿਟ ਇਸ ਨੂੰ ਪਾਵਰ 3 ਬਟਾ ਦਾ ਸਕੁਏਅਰ ਬਣਾ ਦੇਵੇਗੀ ਭਾਵ ਮਾਈਨਸ ਦੇ ਸਾਈਨ ਨਾਲ a ਕਿਊ। ਇਸ ਲਈ ਇਹ ਪਲੱਸ ਬਣ ਜਾਵੇਗਾ ਅਤੇ ਅੰਤ ਵਿੱਚ ਸਾਨੂੰ ਇੱਥੇ ਪਾਈ ਦੁਆਰਾ ਜਵਾਬ ਮਿਲੇਗਾ 3 ਅਤੇ 2 ਤੋਂ ਸਾਨੂੰ ਦੇਵੇਗਾ 6 ਅਤੇ a ਕਿਊ। ਇਹ ਬਣ ਜਾਵੇਗਾ ਜਦੋਂ ਅਸੀਂ ਹੇਠਲੀ ਲਿਮਿਟ ਲਿਖਦੇ ਹਾਂ ਤਾਂ ਇਸ ਇੱਕ ਓਕਟੇਨ ਵਿੱਚ ਇਸ ਸਫੀਅਰ ਦਾ ਵੋਲਿਊਮ ਹੋਵੇਗਾ ਪਾਈ ਬਟਾ 6 ਇਨਟੂ a ਕਿਊਬ ਸਫੀਅਰ ਦਾ ਰੇਡੀਅਸ। ਇੱਕ ਹੋਰ ਉਦਾਹਰਣ ਹੈ ਜਿੱਥੇ ਅਸੀਂ ਇਸ ਸਬਸਟੀਟਿਊਸ਼ਨ ਦੀ ਵਰਤੋਂ ਕਰ ਸਕਦੇ ਹਾਂ ਜਿਵੇਂ ਕਿ ਇੱਥੇ e ਪਾਵਰ y ਮਾਈਨਸ x ਬਟਾ y ਪਲੱਸ x ਦਿੱਤਾ ਗਿਆ ਹੈ ਅਤੇ ਰੀਜਨ AS ਹੈ ਜੋ ਇਹਨਾਂ ਦੋ ਕੋਆਰਡੀਨੇਟ x ਦੁਆਰਾ ਬਾਉਂਡਡ ਹੈ। ਇੱਥੇ x ਅਤੇ y ਐਕਸਿਸ
ਅਤੇ ਫਿਰ ਸਾਡੇ ਕੋਲ ਲਾਈਨ x ਪਲਸ y ਇਕੁਅਲ 2 ਹੈ। ਇਹ ਉਹ ਰੀਜਨ ਹੈ ਜਿੱਥੇ ਅਸੀਂ ਇਸ ਫੰਕਸ਼ਨ e ਪਾਵਰ y ਮਾਈਨਸ x ਓਵਰ y ਪਲਸ x ਨੂੰ ਇੰਟੀਗ੍ਰੇਟ ਕਰ ਰਹੇ ਹਾਂ। ਇਸ ਲਈ ਉਚਿਤ ਸਬਸਟੀਟਿਊਸ਼ਨ ਹੈ। ਇੰਟੀਗਰਲ ਨੂੰ ਵੇਖਣ ਤੇ ਲੱਗਦਾ ਹੈ ਕਿ y ਮਾਈਨਸ x ਅਤੇ ਇਹ y ਪਲਸ x। ਇਸ ਲਈ ਜੇਕਰ ਅਸੀਂ ਸਬਸਟੀਟਿਊਟ ਕਰਦੇ ਹਾਂ, ਅਸੀਂ y ਮਾਈਨਸ x ਨੂੰ ਇੱਕ ਨਵਾਂ ਨਾਮ ਦਿੰਦੇ ਹਾਂ ਅਤੇ 2y ਪਲਸ x ਨੂੰ ਵੀ ਦਿੰਦੇ ਹਾਂ ਤਾਂ ਸ਼ਾਇਦ ਇਸ ਇੰਟੀਗਰਲ ਨੂੰ ਕੰਪਿਊਟ ਕਰਨਾ ਸੌਖਾ ਹੋ ਜਾਵੇਗਾ। ਇਸ ਲਈ ਅਸੀਂ ਵੇਰੀਏਬਲ ਨੂੰ y ਮਾਈਨਸ x ਤੋਂ ਬਦਲਿਆ ਹੈ ਅਤੇ ਇਸ ਨੂੰ u ਵਜੋਂ ਸਬਸਟੀਟਿਊਟ ਕੀਤਾ ਹੈ ਅਤੇ y ਪਲਸ x ਨੂੰ v ਦੇ ਰੂਪ ਵਿੱਚ ਸਬਸਟੀਟਿਊਟ ਕਰਦੇ ਹਾਂ ਅਤੇ ਫਿਰ ਇਹਨਾਂ ਦੋਵਾਂ ਵਿੱਚੋਂ ਅਸੀਂ ਕੰਪਿਊਟ ਵੀ ਕਰ ਸਕਦੇ ਹਾਂ x ਅਤੇ y v ਦੀ ਟਰਮਜ਼ ਵਿੱਚ। ਉਦਾਹਰਨ ਲਈ ਜੇਕਰ ਅਸੀਂ 2 ਜੋੜਦੇ ਹਾਂ ਤਾਂ ਅਸੀਂ ਪ੍ਰਾਪਤ ਕਰਦੇ ਹਾਂ 2y ਬਰਾਬਰ ਹੈ u ਪਲਸ v ਤਾਂ y ਇਕੁਅਲ ਹੈ u ਪਲਸ v ਬਟਾ 2। ਇਸੇ ਤਰ੍ਹਾਂ ਜੇ ਅਸੀਂ ਇਸ ਨੂੰ ਇੱਕ ਵਿੱਚੋਂ ਸਬਟਰੈਕਟ ਕਰੀਏ, ਸਾਨੂੰ x ਮਿਲੇਗਾ ਜੋ v ਮਾਈਨਸ u ਬਟਾ 2 ਹੈ ਕਿਉਂਕਿ x ਅਤੇ y ਹੋਵੇਗਾ v ਪਲਸ u ਬਾਏ 2। ਇਸ ਲਈ ਸਾਡੇ ਕੋਲ ਰਿਲੇਸ਼ਨਸ ਤੋਂ u ਅਤੇ v ਦੇ ਟਰਮਜ਼ ਵਿੱਚ x ਅਤੇ y ਹਨ ਅਤੇ ਅਸੀਂ ਜੈਕੋਬੀਅਨ ਟਰਮ ਪ੍ਰਾਪਤ ਕਰ ਸਕਦੇ ਹਾਂ ਕਿਉਂਕਿ ਨਵੇਂ ਇੰਟੀਗਰਲ ਵਿੱਚ ਨਵੇਂ ਵੇਰੀਏਬਲ ਵਿੱਚ ਇਹਨਾਂ ਟਰਾਂਸਫੋਰਮੇਸ਼ਨਾਂ ਲਈ ਇਸ ਦੀ ਜ਼ਰੂਰਤ ਹੈ। ਇਸ ਲਈ ਇੱਥੇ ਡੈਲ x ਓਵਰ ਡੈਲ u ਅਤੇ ਡੈਲ x ਡੈਲ v ਨੂੰ ਸਾਨੂੰ ਕੰਪਿਊਟ ਕਰਨੀ ਪਵੇਗਾ ਤਾਂ ਇਹ ਡੈਲ x ਓਵਰ ਡੈਲ u ਮਾਈਨਸ 1 ਬਟਾ 2 ਹੈ ਜੋ ਇੱਥੇ ਆ ਰਿਹਾ ਹੈ ਅਤੇ ਡੈਲ x ਓਵਰ ਡੈਲ v 1 ਬਟਾ 2 ਹੋਵੇਗਾ। ਦੂਸਰੀ ਟਰਮ ਫਿਰ ਵਿਦ ਰਿਸਪੈਕਟ ਟੂ u y ਲਈ ਡੇਲ y ਓਵਰ ਡੇਲ u ਹੋਵੇਗਾ 1 ਬਟਾ 2 ਅਤੇ ਡੇਲ y ਬਟਾ ਡੇਲ v ਵੀ 1 ਬਟਾ 2 ਹੋਵੇਗਾ। ਇਸ ਲਈ ਸਾਡੇ ਕੋਲ ਇੱਥੇ ਇਹ ਜੈਕੋਬੀਅਨ ਹੈ ਜੋ ਕਿ ਮਾਈਨਸ 1 ਬਟਾ 4 ਅਤੇ ਮਾਈਨਸ 1 ਬਟਾ 4 ਆਉਂਦਾ ਹੈ। ਇਸ ਲਈ ਇਹ ਹੈ ਮਾਈਨਸ 1 ਬਟਾ 2। ਇਸ ਲਈ ਇਸ ਮਾਮਲੇ ਵਿੱਚ ਜੈਕੋਬੀਅਨ ਵੈਲਿਊ ਮਾਈਨਸ 1 ਬਟਾ 2 ਹੈ। ਇਸ ਲਈ ਹੁਣ ਇਹ ਚੇਂਜ ਆਫ ਵੇਰੀਏਬਲ ਸਾਨੂੰ ਹੁਣ ਨਵੇਂ ਡੋਮੇਨ ਨੂੰ ਵੇਖਣਾ ਹੋਵੇਗਾ ਜੋ ਇੱਥੇ ਨਵੇਂ ਵੇਰੀਏਬਲ u ਅਤੇ v ਦੇ ਅਨੁਸਾਰੀ ਹੈ। ਇਸ ਲਈ u ਅਤੇ v ਪਲੇਨ ਲਈ ਡੋਮੇਨ ਹੋਵੇਗਾ ਕਿਉਂਕਿ ਲਾਈਨ x ਇਕੁਅਲ 0 ਹੈ। ਇੱਥੇ ਇਸ ਲਈ ਸਾਡੇ ਕੋਲ ਇਹ ਲਾਈਨ x ਇਕੁਅਲ 0 ਹੈ। ਇਹ x ਇਕੁਅਲ 0 ਹੈ ਅਤੇ ਸਾਡੇ ਕੋਲ ਇਹ y ਇਕੁਅਲ 0 ਹੈ ਅਤੇ ਸਾਡੇ ਕੋਲ ਪਹਿਲਾਂ ਹੀ ਇਹ ਲਾਈਨ ਹੈ ਪਲਸ y ਇਕੁਅਲ 2। ਇਸ ਲਈ ਇਸ ਦੇ ਹੋਣ ਨਾਲ ਸਾਨੂੰ ਹੁਣ ਨਵੇਂ ਡੋਮੇਨ ਨੂੰ ਵੇਰੀਏਬਲ u ਅਤੇ v ਦੇ ਟਰਮਜ਼ ਵਿੱਚ ਵੇਖਣਾ ਪਏਗਾ ਤਾਂ ਇਹ ਲਾਈਨ x ਇਕੁਅਲ 0 ਹੈ। ਇੱਥੇ x ਇਕੁਅਲ 0 ਦਾ ਮਤਲਬ ਹੈ v ਇਕੁਅਲ ਹੈ u। ਇਸ ਲਈ ਇਹ ਦਰਸਾਉਂਦਾ ਹੈ ਕਿ v u ਬਰਾਬਰ ਹੈ। ਇਸ ਲਈ ਸਾਨੂੰ v ਅਤੇ u ਵਿੱਚ ਇੱਕ ਰਿਲੇਸ਼ਨ ਮਿਲਿਆ ਜੋ ਸਾਨੂੰ ਦੇਵੇਗਾ ਨਵੇਂ ਰੀਜਨ ਦੀਆਂ ਬਾਉਂਡਰੀਆਂ ਅਤੇ ਲਾਈਨ y ਇਕੁਅਲ 0 ਦੇਵੇਗੀ v ਇਕੁਅਲ ਮਾਈਨਸ u ਤਾਂ ਜੋ ਨਵੇਂ ਰੀਜਨ v ਦੀ ਇੱਕ ਹੋਰ ਬਾਉਂਡਡ ਇਕੁਅਲ ਲਾਈਨ u ਹੈ ਅਤੇ ਇੱਥੇ ਤੀਜੀ ਲਾਈਨ x ਪਲਸ y ਇਕੁਅਲ 2 ਹੈ। ਇਸ ਲਈ x ਪਲਸ y 2 ਦੇ ਇਕੁਅਲ ਹੈ ਭਾਵ v 2 ਦੇ ਇਕੁਅਲ ਹੈ। ਇਸ ਲਈ ਸਾਡੇ ਕੋਲ ਇਹ ਹੈ s ਇਸ v ਦੇ ਇਕੁਅਲ 2 ਹੈ। ਇਸ ਲਈ 3 ਦੇ ਨਾਲ ਦੁਬਾਰਾ v ਇਕੁਅਲ ਹੈ u ਅਤੇ v ਇਕੁਅਲ ਮਾਈਨਸ u v ਇਕੁਅਲ 2 ਹੈ। ਅਸੀਂ ਨਵਾਂ ਡੋਮੇਨ ਬਣਾ ਸਕਦੇ ਹਾਂ। ਇਸ ਲਈ ਇਹ v ਅਤੇ u ਦੀ ਟਰਮਜ਼ ਵਿੱਚ ਹੈ ਤਾਂ ਸਾਡੇ ਕੋਲ ਹੈ a ਇਕੁਅਲ u ਲਾਈਨ, ਸਾਡੇ ਕੋਲ ਹੈ v ਇਕੁਅਲ ਮਾਈਨਸ u ਲਾਈਨ ਅਤੇ ਫਿਰ v ਇਕੁਅਲ 2 ਲਾਈਨ। ਇਸ ਲਈ ਇਹ ਰੀਜਨ ਹੁਣ ਸਾਡੇ ਇੰਟੀਗ੍ਰੇਸ਼ਨ ਲਈ ਨਵਾਂ ਹੈ। ਠੀਕ ਹੈ। ਹੁਣ ਅਸੀਂ ਇਸ ਨਵੀਂ ਰੀਜਨ ਦੇ ਆਧਾਰ ਤੇ ਨਵੀਆਂ ਲਿਮਿਟਸ ਦਾ ਮੁਲਾਂਕਣ ਕਰ ਸਕਦੇ ਹਾਂ। ਇਹ ਰੀਜਨ u ਅਤੇ v ਦੇ ਟਰਮਜ਼ ਵਿੱਚ ਹੈ। ਇਸ ਲਈ ਯਾਦ ਰੱਖੋ ਕਿ ਜੈਕੋਬੀਅਨ ਮਾਈਨਸ 1 ਬਟਾ 2 ਸੀ ਅਤੇ ਅਸੀਂ ਇਸ ਇੰਟੀਗਰਲ ਨੂੰ ਕੰਪਿਊਟ ਕਰਨ ਜਾ ਰਹੇ ਹਾਂ e ਪਾਵਰ ਮਾਈਨਸ y ਮਾਈਨਸ x ਓਵਰ y ਪਲਸ x dx dy ਅਤੇ ਸਾਡਾ ਸਬਸਟੀਟਿਊਸ਼ਨ ਸੀ y ਮਾਈਨਸ x ਸੀ u ਅਤੇ y ਪਲਸ x ਸੀ v ਅਤੇ ਇਹ v ਅਤੇ u ਦੇ ਟਰਮਜ਼ ਵਿੱਚ ਦਿੱਤਾ ਗਿਆ ਨਵਾਂ ਡੋਮੇਨ ਹੈ। ਇਸ ਲਈ ਇਸ ਇੰਟੀਗਰਲ ਹੋਣ ਨਾਲ ਅਸੀਂ ਹੁਣ ਐਕਸਪੋਨੈਂਸ਼ੀਅਲ ਪਾਵਰ ਨੂੰ ਸਬਸਟੀਟਿਊਟ ਕਰ ਸਕਦੇ ਹਾਂ। ਇਹ u ਸੀ ਅਤੇ ਇਹ v ਸੀ। ਇਸ ਲਈ v ਪਾਵਰ u ਬਟਾ v ਅਤੇ ਇਹ 1 ਬਟਾ 2 ਜੈਕੋਬੀਅਨ ਦੇ ਕਾਰਨ। ਦੁਬਾਰਾ ਧਿਆਨ ਦਿਓ ਕਿ ਇਹ ਮਾਈਨਸ ਅੱਧਾ ਸੀ ਪਰ ਇੰਟੀਗਰਲ ਵਿੱਚ ਅਸੀਂ ਹਮੇਸ਼ਾ ਐਬਸੋਲਿਊਟ ਵੈਲਿਊ ਲਵਾਂਗੇ। ਇਸ ਲਈ ਇਹ ਇੱਥੇ 1 ਬਟਾ 2 ਆ ਰਿਹਾ ਹੈ ਅਤੇ ਫਿਰ du dv ਜਿਸਨੂੰ ਅਸੀਂ ਇਸ ਨਵੇਂ ਡੋਮੇਨ
t ਤੇ u ਅਤੇ v ਦੀ ਟਰਮਜ਼ ਵਿੱਚ ਇੰਟੀਗ੍ਰੇਟ ਕਰਨਾ ਚਾਹੁੰਦੇ ਹਾਂ। ਇਸ ਲਈ ਸਾਨੂੰ ਹੁਣ u ਅਤੇ v ਲਈ ਪਹਿਲਾਂ ਲਿਮਿਟਸ ਲਿਖਣੀਆਂ ਪੈਣਗੀਆਂ। ਤਾਂ ਜੇਕਰ ਤੁਸੀਂ ਇੱਥੇ u ਦੀ ਲਿਮਿਟਸ ਲਿਖਦੇ ਹੋ, u ਦੀਆਂ ਲਿਮਿਟਸ ਹਮੇਸ਼ਾ ਇਸ ਲਾਈਨ ਤੋਂ ਦੂਜੀ ਤੱਕ, ਇੱਕ ਲਾਈਨ ਤੋਂ ਦੂਜੀ ਲਾਈਨ ਤੱਕ। ਇਸ ਲਈ ਤੁਹਾਡੇ ਲਈ ਅਸੀਂ ਇਸ ਲਾਈਨ ਤੇ ਡੋਮੇਨ ਵਿੱਚ ਦਾਖਲ ਕਰ ਰਹੇ ਹਾਂ ਅਤੇ ਇਸ ਲਾਈਨ ਤੇ ਡੋਮੇਨ ਤੋਂ ਬਾਹਰ ਜਾ ਰਹੇ ਹਾਂ। ਉਸ ਦਾ ਅਰਥ ਹੈ ਇੱਥੋਂ v ਇਕੁਅਲ ਮਾਈਨਸ u ਅਤੇ ਮੁਆਫ ਕਰਨਾ ਇੱਥੋਂ u ਇਕੁਅਲ ਮਾਈਨਸ v ਅਤੇ ਇੱਥੋਂ u ਇਕੁਅਲ v ਹੈ। ਸਾਡੇ ਕੋਲ u ਮਾਈਨਸ v ਦੇ ਇਕੁਅਲ ਹੈ ਅਤੇ ਸਾਡੇ ਕੋਲ u v ਦੇ ਇਕੁਅਲ ਹੈ। ਅਤੇ ਹੁਣ ਅਜਿਹੀਆਂ ਲਾਈਨਾਂ ਵਿੱਚ ਅਸੀਂ v ਇਕੁਅਲ 0 ਤੋਂ ਮੂਵ ਕਰ ਰਹੇ ਹਾਂ। ਇਹ v ਇਕੁਅਲ 2 ਲਾਈਨ ਤੱਕ ਜਾ ਰਹੇ ਹਾਂ। ਇਸ ਲਈ v ਇਕੁਅਲ 0 ਤੋਂ v ਇਕੁਅਲ 2 ਇਸ ਨਵੇਂ ਡੋਮੇਨ ਲਈ ਸਧਾਰਨ ਲਿਮਿਟਸ ਤੇ। ਅਤੇ ਹੁਣ ਅਸੀਂ ਇਸ e ਪਾਵਰ u ਨੂੰ v ਤੇ u ਦੇ ਸੰਬੰਧ ਵਿੱਚ ਆਸਾਨੀ ਨਾਲ ਇੰਟੀਗ੍ਰੇਟ ਕਰ ਸਕਦੇ ਹਾਂ। ਇਸ ਲਈ e ਪਾਵਰ u ਬਾਏ v ਅਤੇ ਇੱਕ v ਨਾਲ ਇਹ ਨਿਊਮਰੇਟਰ ਵਿੱਚ ਹੈ ਤਾਂ v ਅਤੇ ਫਿਰ ਇਹ e ਪਾਵਰ u ਬਟਾ v। ਜਦੋਂ ਅਸੀਂ ਉੱਪਰਲੀ ਲਿਮਿਟ ਨੂੰ ਵੀ ਪਾਉਂਦੇ ਹਾਂ ਤਾਂ ਇਹ ਸਾਨੂੰ ਦੇਵੇਗਾ e ਪਾਵਰ 1। ਤਾਂ ਇਸ ਦਾ ਮਤਲਬ ਹੈ ਕਿ ਇੱਥੇ e ਮਾਈਨਸ ਇਹ ਹੇਠਲੀ ਲਿਮਿਟ। ਇਸ ਲਈ ਦੁਬਾਰਾ ਇਹ ਸਪਸ਼ਟ ਕਰਨ ਲਈ ਕਿ ਸਾਡੇ ਕੋਲ ਇਹ ਇੰਟੀਗਰਲ ਹੈ e ਪਾਵਰ u ਓਵਰ v ਅਤੇ ਅਸੀਂ ਪਾ ਰਹੇ ਹਾਂ ਮਾਈਨਸ v 2v ਫਾਰ u। ਇਸ ਲਈ ਅਸੀਂ ਇੱਥੇ ਉੱਪਰਲੀ ਲਿਮਿਟ ਰੱਖਦੇ ਹਾਂ ਤਾਂ v e ਬਣ ਜਾਵੇਗਾ ਜੋ ਇੱਥੇ ਲਿਖਿਆ ਗਿਆ ਹੈ। ਅਤੇ ਜਦੋਂ ਅਸੀਂ ਮਾਈਨਸ v ਰੱਖਦੇ ਹਾਂ, ਇਹ ਸਾਨੂੰ 1 ਬਟਾ e ਟਰਮਸ ਦੇਵੇਗਾ। ਅਤੇ ਹੁਣ ਇਹ ਕੋਨਸਟੈਂਟ ਹੈ। ਇਸ ਲਈ ਇੱਥੇ v ਦੇ ਸੰਬੰਧ ਵਿੱਚ ਇਹ ਸਾਨੂੰ v ਸਕੁਏਅਰ ਬਟਾ 2 ਦੇਵੇਗਾ ਅਤੇ ਇਹ ਅੱਜ 4 ਬਾਏ 2 ਦੀ ਉੱਪਰਲੀ ਲਿਮਿਟ ਹੈ, ਜਿਸ ਦਾ ਅਰਥ ਹੈ 2 ਅਤੇ ਇਹ ਵੀ ਕੈਂਸਲ ਹੋ ਜਾਵੇਗਾ। ਆਖਿਰਕਾਰ ਇਹ ਇੰਟੀਗਰਲ ਹੋਰ ਕੁਝ ਨਹੀਂ ਪਰ e ਮਾਈਨਸ 1 ਬਟਾ 2 ਹੈ। ਠੀਕ ਹੈ, ਤਾਂ ਇੱਕ ਹੋਰ ਪ੍ਰੋਬਲਮ ਜਿੱਥੇ ਅਸੀਂ ਇਸ x ਸਕੁਏਅਰ ਪਲੱਸ y ਸਕੁਏਅਰ ਨੂੰ ਪੋਲਰ ਕੋਆਰਡੀਨੇਟਸ ਵਿੱਚ ਬਦਲ ਕੇ ਇੰਟੀਗ੍ਰੇਟ ਕਰਨਾ ਚਾਹੁੰਦੇ ਹਾਂ। ਅਤੇ ਇਹ ਕੁਦਰਤੀ ਹੈ ਕਿਉਂਕਿ ਸਾਡਾ ਇੰਟੀਗ੍ਰੇਸ਼ਨ ਵੀ ਇਸ ਦਾ ਸਮਰਥਨ ਕਰ ਰਿਹਾ ਹੈ। ਪੋਲਰ ਕੋਆਰਡੀਨੇਟ ਵਿੱਚ ਬਦਲਣਾ ਮਦਦ ਕਰੇਗਾ ਅਤੇ ਸ਼ਾਇਦ ਇੱਥੇ ਵੀ, ਕਿਉਂਕਿ ਇਹ ਇੱਥੇ ਇੱਕ ਸਰਕਲ ਹੈ। ਇਸ ਲਈ ਇਸ ਇੰਟੀਗ੍ਰੇਸ਼ਨ ਦਾ ਇਹ ਰੀਜਨ ਦਿੱਤਾ ਗਿਆ ਇੰਟੀਗਰਲ ਹੈ y ਇਕੁਅਲ x ਲਾਈਨ। ਇਸ ਲਈ ਇੱਥੇ ਸਾਡੇ ਕੋਲ ਹੈ y ਇਕੁਅਲ x ਲਾਈਨ ਅਤੇ y ਇਕੁਅਲ ਹੈ ਸਕੁਏਅਰ ਰੂਟ ਮਾਈਨਸ x ਸਕੁਏਅਰ ਅਪਰ ਬਾਉਂਡਡ ਇੱਥੇ। ਇਸ ਲਈ ਹੈ y ਇਕੁਅਲ ਹੈ ਸਕੁਏਅਰ ਰੂਟ 2x ਮਾਈਨਸ x ਸਕੁਏਅਰ ਅਤੇ ਫਿਰ x ਇਕੁਅਲ 0 ਲਈ ਅਤੇ x ਇਕੁਅਲ ਹੈ 1 ਦੇ ਲਈ। ਇਸ ਕੋਰਸ ਦੁਆਰਾ ਕਵਰ ਕੀਤਾ ਗਿਆ ਰੀਜਨ ਸਾਨੂੰ ਇਸ ਇੰਟੀਗਰਲ ਲਈ ਇੰਟੀਗ੍ਰੇਸ਼ਨ ਦਾ ਰੀਜਨ ਦੇਵੇਗਾ। ਅਤੇ ਅਸਲ ਵਿੱਚ ਕੀ ਹੈ? ਇਹ ਇੱਕ ਹੈ y ਸਕੁਏਅਰ ਇਕੁਅਲ ਹੈ 2x ਅਤੇ ਮਾਈਨਸ x ਸਕੁਏਅਰ। ਤਾਂ ਇਹ y ਸਕੁਏਅਰ ਹੈ ਅਤੇ ਪਲੱਸ x ਸਕੁਏਅਰ ਮਾਈਨਸ 2x 0 ਦੇ ਇਕੁਅਲ ਹੈ। ਇਸ ਲਈ ਸਾਡੇ ਕੋਲ ਹੈ y ਸਕੁਏਅਰ ਅਤੇ ਪਲੱਸ x ਮਾਈਨਸ 1 ਹੋਲ ਸਕੁਏਅਰ। ਇਸ ਲਈ ਅਸੀਂ ਮਾਈਨਸ 2x ਸਕੁਏਅਰ ਪ੍ਰਾਪਤ ਕਰਦੇ ਹਾਂ ਅਤੇ 1 ਪ੍ਰਾਪਤ ਕਰਦੇ ਹਾਂ ਤਾਂ ਜੋ ਇੱਥੇ 1 ਦੁਆਰਾ ਕੰਪਿਊਟ ਕੀਤਾ ਜਾ ਸਕੇ। ਤਾਂ ਇਹ ਹੈ y ਸਕੁਏਅਰ ਅਤੇ ਪਲੱਸ x ਮਾਈਨਸ 1 ਹੋਲ ਸਕੁਏਅਰ ਅਤੇ ਇਕੁਅਲ ਹੈ 1। ਇਸ ਲਈ ਇੱਕ ਰੇਡੀਅਸ ਦਾ ਇੱਕ ਸਰਕਲ ਅਤੇ ਇੱਕ 0 ਤੇ ਕੇਂਦਰ। ਇਸ ਲਈ ਇਹ ਇੱਕ ਸ਼ਿਫਟ ਹੋਇਆ ਕੇਂਦਰ z ਹੈ ਅਤੇ ਇਹ ਇੱਕ 0 ਅਤੇ ਇੱਥੇ ਇੱਕ ਰੇਡੀਅਸ ਦਾ ਸਰਕਲ ਹੈ। ਇਸ ਲਈ ਇਹ ਹੁਣ ਅਸੀਂ ਬਣਾ ਸਕਦੇ ਹਾਂ। ਇਸ ਲਈ ਇਹ ਉਹ ਸਰਕਲ ਹੈ ਜਿਸ ਦਾ ਸਾਡੇ ਕੋਲ ਇਹ ਸ਼ਿਫਟ ਹੋਇਆ ਹੈ। ਇਸ ਲਈ ਕੇਂਦਰ ਇੱਥੇ 1 ਤੇ ਹੈ ਅਤੇ ਹੁਣ y x ਲਾਈਨ ਦੇ ਇਕੁਅਲ ਹੈ ਤਾਂ ਇਹ y x ਲਾਈਨ ਦੇ ਇਕੁਅਲ ਹੈ। y x ਲਾਈਨ ਦੇ ਇਕੁਅਲ ਹੈ। ਅਤੇ ਸਾਡੇ ਕੋਲ ਇੱਥੇ ਸਰਕਲ ਹੈ y ਇਕੁਅਲ 2x ਅਤੇ ਮਾਈਨਸ x ਸਕੁਏਅਰ ਅਤੇ ਇਹ x ਗੋਜ਼ ਟੂ 0 ਹੈ। ਇਸ ਲਈ ਇਹ x ਇਕੁਅਲ 0 ਲਾਈਨ ਹੈ। 2x ਇਕੁਅਲ ਹੈ 1 ਲਾਈਨ ਅਤੇ ਇਸ ਦੁਆਰਾ ਕਵਰ ਕੀਤਾ ਰੀਜਨ। ਇਸ ਲਈ x ਤੋਂ ਸਰਕਲ। ਇਸ ਲਈ ਇਹ ਇੰਟੀਗ੍ਰੇਸ਼ਨ ਦਾ ਰੀਜਨ ਹੈ ਜੋ ਅਸੀਂ ਇੱਥੇ ਵਰਤ ਰਹੇ ਹਾਂ ਅਤੇ ਅਸੀਂ ਹੁਣ ਪੋਲਰ ਕੋਆਰਡੀਨੇਟ ਦੀ ਮਦਦ ਨਾਲ ਕਵਰ ਕਰਨਾ ਹੈ। ਇਸ ਲਈ ਦੁਬਾਰਾ ਥੀਟਾ ਦੀਆਂ ਲਿਮਿਟਸ ਲਈ ਪੋਲਰ ਕੋਆਰਡੀਨੇਟ ਲਈ ਕਿਉਂਕਿ ਇਸ ਲਾਈਨ ਤੋਂ ਅਤੇ ਹੁਣ ਅਸੀਂ ਇਸ 1 ਤੇ ਜਾ ਰਹੇ ਹਾਂ। ਇਸ ਲਈ ਇਹ ਇੱਥੇ y ਲਾਈਨ ਦੇ ਇਕੁਅਲ ਹੈ। ਇਸ ਲਈ ਇਹ ਥੀਟਾ
ਦੇ ਟਰਮਜ਼ ਵਿੱਚ ਹੈ ਜਿਵੇਂ ਪਾਈ ਬਟਾ ਜਾਂ, ਇਸ ਲਈ 10 ਪਾਈ ਬਾਏ 4 1 ਹੈ ਕਿਉਂਕਿ ਇਹ ਹੈ। ਜੇ ਇਹ 1 ਹੈ ਅਤੇ ਇਹ ਵੀ ਉਹੀ ਹੈ ਤਾਂ 10 ਥੀਟਾ 1 ਬਾਏ 1 ਹੈ, ਇਸ ਲਈ ਇਸ ਦਾ ਪਾਈ ਬਟਾ 4 ਹੈ। ਅਤੇ ਫਿਰ ਅਸੀਂ ਇੱਥੇ ਇਸ ਪੁਆਇੰਟ ਤੱਕ ਜਾ ਰਹੇ ਹਾਂ, ਇੱਥੇ ਇਹ ਲਾਈਨ ਜੋ ਪਾਈ ਬਟਾ 2 ਹੈ, ਇਸ ਲਈ ਥੀਟਾ ਪਾਈ ਬਟਾ 4 ਤੋਂ ਪਾਈ ਬਟਾ 2 ਹੈ ਅਤੇ 4 ਆਰ ਅਸੀਂ ਹਮੇਸ਼ਾ 0 ਤੋਂ ਇਸ ਸਰਕਲ ਤੱਕ ਆਉਂਦੇ ਹਾਂ, ਇਸ 0 ਤੋਂ ਇਸ ਸਰਕਲ ਤੱਕ, ਇਸ ਲਈ ਅਸੀਂ 0 ਤੋਂ ਜਾ ਰਹੇ ਹਾਂ ਇਸ ਸਰਕਲ ਤੱਕ ਤਾਂ r ਦੀ ਲਿਮਿਟ ਵੀ ਸਧਾਰਨ ਹੈ, ਪਰ ਸਾਨੂੰ ਹੁਣ ਪ੍ਰਾਪਤ ਕਰਨਾ ਪਵੇਗਾ ਕਿ ਕੀ ਹੈ r ਅਤੇ ਥੀਟਾ ਦੇ ਟਰਮਜ਼ ਵਿੱਚ ਇਸ ਸਰਕਲ ਦਾ ਕੀ ਹੈ। ਇਸ ਲਈ ਸਰਕਲ ਦਾ ਪੋਲਰ ਇਕੁਏਸ਼ਨ ਇਸ ਲਈ ਦਿੱਤਾ ਗਿਆ ਇਕੁਏਸ਼ਨ y ਸਕੁਏਅਰ c ਅਤੇ ਇਹ r c ਮੁਆਫ ਕਰਨਾ x ਮਾਈਨਸ 1 ਸਕੁਏਅਰ ਪਲਸ y ਸਕੁਏਅਰ 1 ਦੇ ਇਕੁਅਲ ਹੈ, ਇਸ ਲਈ x r cos ਥੀਟਾ ਮਾਈਨਸ 1 ਹੋਲ ਸਕੁਏਅਰ ਪਲਸ r ਸਕੁਏਅਰ, ਅਤੇ ਇਹ y ਸਕੁਏਅਰ ਲਈ ਹੈ ਅਤੇ 1 ਦੇ ਇਕੁਅਲ ਹੈ, ਇਸ ਲਈ ਜੇਕਰ ਅਸੀਂ ਇਸ ਨੂੰ ਸਰਲ ਕਰਦੇ ਹਾਂ ਤਾਂ ਸਾਨੂੰ r ਸਕੁਏਅਰ ਮਿਲੇਗਾ ਅਤੇ ਮਾਈਨਸ 2r cos ਥੀਟਾ 1 ਦੇ ਇਕੁਅਲ ਹੈ, ਪਹਿਲਾ ਵਾਲੇ ਵਿੱਚ ਸਕੁਏਅਰ ਥੀਟਾ ਵਿੱਚ r ਸਕੁਏਅਰ ਮਿਲੇਗਾ, ਅਤੇ r ਸਕੁਏਅਰ cos ਸਕੁਏਅਰ ਥੀਟਾ ਸਾਨੂੰ ਇਹ r ਸਕੁਏਅਰ ਦੇਵੇਗਾ, ਇਸ ਲਈ ਇੱਥੋਂ ਸਾਨੂੰ ਇਹ r2 cos ਥੀਟਾ ਦੇ ਇਕੁਅਲ ਮਿਲਦਾ ਹੈ ਤਾਂ ਇੱਥੇ ਇਹ ਸਰਕਲ r ਇਕੁਅਲ 2 cos ਥੀਟਾ ਹੈ, ਇਸ ਲਈ r ਦੀ ਲਿਮਿਟਸ ਵੀ ਸਪਸ਼ਟ ਹਨ, ਹੁਣ r ਜਾ ਰਿਹਾ ਹੈ 0 ਤੋਂ r2 cos ਥੀਟਾ ਤੱਕ। ਇਸ ਲਈ ਇਹ ਇੰਟੀਗਰਲ ਜੋ ਅਸਲ ਵਿੱਚ ਦਿੱਤਾ ਗਿਆ ਸੀ ਇੱਥੇ ਇਸ r ਸਕੁਏਅਰ ਵਿੱਚ ਕਨਵਰਟ ਹੋ ਜਾਵੇਗਾ x ਸਕੁਏਅਰ ਪਲਸ y ਸਕੁਏਅਰ ਅਤੇ dy dx ਲਈ, ਇਸ ਲਈ dx dy r d ਥੀਟਾ ਬਣ ਜਾਵੇਗਾ ਵਾਰ ਦੀ ਲਿਮਿਟ 0 ਤੋਂ ਲੈ ਕੇ ਸਰਕਲ ਤੱਕ 0 ਤੋਂ ਸਰਕਲ ਤੱਕ, ਜਿਸ ਦਾ ਮਤਲਬ ਹੈ 0 ਤੋਂ 2 cos ਥੀਟਾ, ਅਤੇ ਫਿਰ ਸਾਡੇ ਕੋਲ ਹੈ ਥੀਟਾ ਇਕੁਅਲ ਪਾਈ ਬਟਾ 4 ਤੋਂ ਪਾਈ ਬਟਾ 2। ਇਸ ਲਈ ਅਸੀਂ ਆਸਾਨੀ ਨਾਲ ਇਸ ਨੂੰ ਕੰਪਿਊਟ ਕਰ ਸਕਦੇ ਹਾਂ r2 ਤੋਂ cos ਥੀਟਾ ਤੱਕ ਅਤੇ ਥੀਟਾ ਪਾਈ ਬਟਾ 4 ਤੋਂ ਪਾਈ ਬਟਾ 2 ਤੱਕ, ਇਸ ਲਈ ਇਹ r ਕਿਊਬ ਹੈ, ਇਸ ਦਾ ਮਤਲਬ ਹੈ r 4 ਬਟਾ 4 ਅਤੇ ਲਿਮਿਟਸ 2 ਤੋਂ 2 cos ਥੀਟਾ ਤੱਕ, ਇਸ ਲਈ ਉੱਪਰਲੀ ਲਿਮਿਟ ਮਾਈਨਸ ਹੇਠਲੀ ਲਿਮਿਟਸ, ਇਸ ਲਈ ਉੱਪਰਲੀਆਂ ਲਿਮਿਟ ਇਹ ਬਣ ਜਾਣਗੀਆਂ 4 ਇੱਥੇ ਹੈ, ਇਸ ਲਈ ਇਹ 16 ਹੋਵੇਗਾ ਅਤੇ ਫਿਰ 4 ਇਸ ਤਰ੍ਹਾਂ 4 cos 4 ਥੀਟਾ d ਥੀਟਾ ਅਤੇ d ਥੀਟਾ ਦੀਆਂ ਲਿਮਿਟਸ ਪ੍ਰਾਪਤ ਕਰਾਂਗੇ, ਇਹ ਪਾਈ ਬਟਾ 4 ਤੋਂ ਪਾਈ ਬਟਾ 2। ਸਾਨੂੰ ਇੱਥੇ ਇਸ ਪਾਵਰ ਨੂੰ ਸਰਲ ਬਣਾਉਣਾ ਹੈ, ਇਸ ਲਈ ਅਸੀਂ ਇਸ ਨੂੰ 2 cos ਸਕੁਏਅਰ ਥੀਟਾ ਹੋਲ ਸਕੁਏਅਰ ਲਿਖਿਆ ਹੈ, ਅਤੇ 2 cos ਸਕੁਏਅਰ ਥੀਟਾ ਅਸੀਂ ਕਨਵਰਟ ਕਰ ਸਕਦੇ ਹਾਂ ਇਹ 2 ਥੀਟਾ ਫਾਰਮ, ਇਸ ਲਈ ਇਹ 2 cos ਸਕੁਏਅਰ ਥੀਟਾ ਇਸ ਰਿਲੇਸ਼ਨ ਦੁਆਰਾ 1 ਪਲਸ 2 cos ਸਕੁਏਅਰ ਥੀਟਾ ਹੋਵੇਗਾ। ਇਹ cos 2 ਥੀਟਾ ਹੋਰ ਕੁਝ ਨਹੀਂ ਪਰ 2 cos ਸਕੁਏਅਰ ਥੀਟਾ ਮਾਈਨਸ 1 ਹੈ, ਇਸ ਲਈ ਇਸ ਰਿਲੇਸ਼ਨ ਦੇ ਨਾਲ ਅਸੀਂ 2 ਥੀਟਾ ਐਂਗਲ ਵਿੱਚ ਕਨਵਰਟ ਕਰ ਦਿੱਤਾ ਹੈ, ਅਤੇ ਫਿਰ ਇਹ ਦੁਬਾਰਾ ਹੋਵੇਗਾ। ਸਾਨੂੰ ਹੁਣ ਇਸ ਨੂੰ ਸਰਲ ਬਣਾਉਣਾ ਪਵੇਗਾ, ਹੁਣ 1 ਪਲਸ 1 cos ਸਕੁਏਅਰ 2 ਥੀਟਾ ਹੋਲ ਸਕੁਏਅਰ ਹੈ 2 ਗੁਣਾ ਪ੍ਰੋਡਕਟ, ਇਸ ਲਈ 2 ਟਾਈਮਸ cos 2 ਥੀਟਾ, ਇਸ ਲਈ ਦੁਬਾਰਾ ਇਹ ਸਕੁਏਅਰ ਟਰਮ ਆ ਗਿਆ ਹੈ, ਪਰ ਦੁਬਾਰਾ ਅਸੀਂ ਡਬਲ ਐਂਗਲ ਵਿੱਚ ਕਨਵਰਟ ਕਰ ਸਕਦੇ ਹਾਂ, ਇਸ ਲਈ ਇਹ cos ਸਕੁਏਅਰ 2 ਥੀਟਾ ਹੋਵੇਗਾ 1 ਬਟਾ 2 ਅਤੇ 1 ਪਲਸ cos 4 ਥੀਟਾ ਹੁਣ। ਅਤੇ ਹੁਣ ਸਾਡੇ ਕੋਲ ਇੱਥੇ ਉਹ ਸਭ ਕੁਝ ਹੈ ਜਿਸ ਨੂੰ ਅਸੀਂ ਇੰਟੀਗ੍ਰੇਟ ਕਰ ਸਕਦੇ ਹਾਂ ਤਾਂ 1 ਅਤੇ ਇਹ 3 ਬਟਾ 2, ਇਸ ਲਈ ਇਹ ਕੋਨਸਟੈਂਟ ਟਰਮਜ਼ ਹੋਣਗੀਆਂ, ਫਿਰ ਸਾਡੇ ਕੋਲ cos 4 ਥੀਟਾ ਹੈ ਅਤੇ ਫਿਰ ਸਾਡੇ ਕੋਲ ਇੱਥੇ cos 2 ਥੀਟਾ ਹੈ ਜੋ sin 2 ਥੀਟਾ ਅਤੇ cos ਦੇ ਰੂਪ ਵਿੱਚ ਆਵੇਗਾ, ਤਾਂ ਇੱਥੇ ਵੀ sin 4 ਥੀਟਾ ਅਤੇ ਫਿਰ ਸਾਨੂੰ ਉੱਥੇ ਲਿਮਿਟ ਲਗਾਉਣ ਦੀ ਜ਼ਰੂਰਤ ਹੈ, ਅੰਤ ਵਿੱਚ ਅਸੀਂ ਇੱਥੇ ਪ੍ਰਾਪਤ ਕਰਾਂਗੇ 1 ਬਟਾ 8 ਅਤੇ 3 ਬਟਾ -8 ਦੇ ਰੂਪ ਵਿੱਚ ਸਰਲੀਕਰਨ। ਆਖਰੀ ਉਦਾਹਰਣ ਜਿਸ ਦਾ ਅਸੀਂ ਇੱਥੇ ਮੁਲਾਂਕਣ ਕਰਨਾ ਚਾਹੁੰਦੇ ਹਾਂ, ਇਹ ਇੰਟੀਗਰਲ ਇਸ x ਸਕੁਏਅਰ ਪਲਸ y ਸਕੁਏਅਰ ਤੇ a ਸਕੁਏਅਰ ਰੂਟ dx dy ਨੂੰ ਪੋਲਰ ਕੋਆਰਡੀਨੇਟਸ ਵਿੱਚ ਬਦਲ ਕੇ, ਅਤੇ ਇਹ r ਰੀਜਨ ਹੈ ਜੋ xy ਪਲੇਨ ਵਿੱਚ ਹੈ, ਜੋ ਸਰਕਲ ਦੁਆਰਾ ਬਾਉਂਡਡ ਹੈ, ਇੱਥੇ x ਸਕੁਏਅਰ ਪਲਸ y ਸਕੁਏਅਰ 4 ਦੇ ਇਕੁਅਲ ਹੈ ਅਤੇ x ਸਕੁਏਅਰ ਪਲਸ y ਸਕੁਏਅਰ 9 ਦੇ ਬਰਾਬਰ ਹੈ, ਇਸ ਲਈ ਸਾਡੇ ਕੋਲ ਇਹਨਾਂ ਦੋ ਰੇਡੀਅਸ ਦੇ ਨਾਲ 2 ਸਰਕਲ ਹਨ, ਇਸ ਲਈ ਇੱਕ ਹੈ x ਸਕੁਏਅਰ ਪਲਸ y ਸਕੁਏਅਰ 4 ਦੇ ਇਕੁਅਲ ਹੈ ਤਾਂ ਰੇਡੀਅਸ 2 ਨਾਲ ਅਤੇ ਇਸ ਰੇਡੀਅਸ 3 ਨਾਲ, ਅਤੇ ਅਸੀਂ ਚਾਹੁੰਦੇ ਹਾਂ
ਇਸ ਦਿੱਤੇ ਗਏ ਰੀਜਨ ਦਾ ਇੱਥੇ ਮੁਲਾਂਕਣ ਕਰਨਾ ਤਾਂ ਨਿਸ਼ਚਿਤ ਤੌਰ ਤੇ ਇਸ ਸਥਿਤੀ ਵਿੱਚ ਪੋਲਰ ਕੋਆਰਡੀਨੇਟ ਵਿੱਚ ਬਦਲਣਾ ਸਾਡੀ ਮਦਦ ਕਰੇਗਾ ਕਿਉਂਕਿ ਇੰਟੀਗ੍ਰੈਂਡ ਅਤੇ ਨਾਲ ਹੀ ਇੱਥੇ ਰੀਜਨ ਦੇ ਕਾਰਨ ਜੋ ਇਹਨਾਂ ਦੋ ਸਰਕਲ ਦੁਆਰਾ ਬਾਉਂਡਡ ਹੈ। ਇਸ ਲਈ ਪੋਲਰ ਕੋਆਰਡੀਨੇਟ ਵਿੱਚ ਬਦਲ ਕੇ ਹੁਣ ਲਿਮਿਟਸ ਨੂੰ ਪ੍ਰਾਪਤ ਕਰਨਾ ਬਹੁਤ ਸੌਖਾ ਹੈ ਕਿਉਂਕਿ x ਨੂੰ r cos ਥੀਟਾ y ਇਕੁਅਲ ਹੈ r sin ਥੀਟਾ ਰੱਖਣ ਤੇ z r ਹੋਵੇਗਾ ਅਤੇ ਫਿਰ ਇਹ ਇੰਟੀਗਰਲ 0 ਤੋਂ 2 ਪਾਈ ਅਤੇ ਪੂਰਾ ਸਰਕਲ ਹੋਵੇਗਾ ਅਤੇ r ਲਈ ਇੱਥੇ ਲਿਮਿਟਸ 2 ਤੋਂ 3 ਤੱਕ ਹੋਣਗੀਆਂ। ਇਸ ਲਈ r ਡੋਮੇਨ ਵਿੱਚ ਦਾਖਲ ਹੋਵੇਗਾ ਜਦੋਂ r 2 ਦੇ ਇਕੁਅਲ ਹੁੰਦਾ ਹੈ ਅਤੇ ਡੋਮੇਨ ਨੂੰ ਛੱਡਣ ਤੇ ਜਦੋਂ r 3 ਦੇ ਇਕੁਅਲ ਹੁੰਦਾ ਹੈ ਤਾਂ ਸਾਡੇ ਕੋਲ ਥੀਟਾ ਲਈ r ਲਈ ਲਿਮਿਟਸ ਹਨ ਅਤੇ ਹੁਣ ਅਸੀਂ ਆਸਾਨੀ ਨਾਲ 0 ਤੋਂ 2 ਉਲਟ ਪੁੱਠਾ ਕੌਮਾ ਪਾਈ ਕੰਪਿਊਟ ਕਰ ਸਕਦੇ ਹਾਂ। ਇੱਥੇ r ਸਕੁਏਅਰ ਸਾਨੂੰ r ਕਿਊਬ ਬਟਾ 3 ਦੇਵੇਗਾ ਅਤੇ 2 ਤੋਂ 3 ਇਹ ਲਿਮਿਟਸ ਜਿਨ੍ਹਾਂ ਨੂੰ ਅਸੀਂ ਸਰਲ ਬਣਾ ਸਕਦੇ ਹਾਂ ਅਤੇ ਅਸੀਂ ਇਸ 38 ਬਟਾ 3 ਗੁਣਾ ਪਾਈ ਨੂੰ ਇੰਟੀਗਰਲ ਦੇ ਵੈਲਿਊ ਦੇ ਰੂਪ ਵਿੱਚ ਪ੍ਰਾਪਤ ਕਰਾਂਗੇ। ਇਸ ਲਈ ਅਸੀਂ ਹੁਣ ਜੋ ਦੇਖਿਆ ਹੈ ਉਹ ਹੈ ਡਬਲ ਇੰਟੀਗਰਲ ਦੇ ਮੁਲਾਂਕਣ ਲਈ ਵੇਰੀਏਬਲਾਂ ਵਿੱਚ ਚੇਂਜ। ਇੱਕ ਹੋਰ ਮਹੱਤਵਪੂਰਨ ਪਹਿਲੂ ਹੈ ਅਤੇ ਪੋਲਰ ਕੋਆਰਡੀਨੇਟ ਵਿੱਚ ਬਦਲਣਾ ਇੱਕ ਖਾਸ ਕੇਸ ਸੀ ਪਰ ਅਸੀਂ ਦੂਜੇ ਕੇਸ ਵੀ ਦੇਖੇ ਹਨ ਜਿੱਥੇ ਸਬਸਟੀਟਿਊਟ ਦੇ ਨਾਲ ਦੋ ਵੱਖਰੇ ਵੇਰੀਏਬਲਾਂ ਨੂੰ ਪੁੱਟ ਕਰਨ ਤੇ ਇੰਟੀਗਰਲ ਦਾ ਡੋਮੇਨ ਆਸਾਨ ਬਣ ਜਾਂਦਾ ਹੈ ਅਤੇ ਇੰਟੀਗਰਲ ਵੀ ਆਸਾਨ ਬਣ ਜਾਂਦਾ ਹੈ। ਇਸ ਲਈ ਇਹ ਲੈਕਚਰ ਤਿਆਰ ਕਰਨ ਲਈ ਵਰਤੇ ਗਏ ਰੈਫਰੈਂਸ ਹਨ। ਧੰਨਵਾਦ।